असां उनकी गड़वली भरी बेसगने दी कूड़ी असां उन्होंने शेरे बधी उन्होंने गाने पाए उन्होंने कबार गुस्तान दे उनकी कबार दे उत्ते ना हार असां धरे होया दुनिया वेख वेख के फिर उनकी सारा बच्चा चिट्टियां हत्थां नाल ही गाने शेरे बन के कबर गुस्तान गया। हाँ निक्के निक्के दो बेटे एक बेटी उन्हें कतल कर दिता बरास्ट पूरे उत्ते मुका दिते। उनकी सारी नस्ल खत्म हो जावे ओ एक लू नहीं होंदा पूरा होना। आस बनाया नहीं ना महकमा ते बंदे लोकी सारी मरांदी नहीं पई साडे भी मरावे। पहली वीडियो में हमने आपको दो बेवा खवातीन का मौक़िफ़ आपके सामने रखा जिनके शोहरों को उनके गांव में थड़ा लगाकर तकरीबन 14 मुलजमान ने गोलियों से छलनी कर दिया। मेरे साथ ये वालिदा मौजूद है जिनका इकलौता नौजवान बेटा जिसका जुर्म सिर्फ ये था कि वो अपनी माँ और अपने बाकी बहन भाइयों की कफ़ालत करके वापस अपने घर आ रहा था कि उनको उनके ही रिश्तेदारों ने उनके गांव में दाखिल होते साथ ही तकरीबन 30 गोलियां मारकर छलनी कर दिया। इस माँ को जब अपने बेटे की लाश या उसके कत्ल की इतला मिली होगी तो इस माँ पर क्या क़यामत गुजरी होगी। आज ये माँ आपके सामने हाथ जोड़कर ये अपील कर रही है कि मुझे मेरे बेटों के कातलों को अंजाम तक पहुंचाया जाए और मुझे इंसाफ दिया जाए। इस माँ से जानते हैं कि पुलिस ने अब तक इनके बेटे और बाकी जो इनके रिश्तेदार हैं उनके कितने कातलों को गिरफ्तार किया। माँ जी की नाम सी ਤੁਹਾਡੇ ਪੁੱਤਰ ਦਾ? तकी अब्बास। ਤੁਸੀਂ ਮਾਂ ਜੀ ਕੋਲ ਅੱਛਾ ਕੀ ਨਾਮ ਸੀ ਤੁਹਾਡੇ ਬੇਟੇ जी तकी अब्बास। ਤਕੀ ਅਬਾਸ ਸੀ हाँ जी ਤੇ ਤਕੀ ਅਬਾਸ ਕੀ ਕੰਮ ਕਰਦਾ ਸੀ? तकी अब्बास अपना डेरे ते ही मज्जी दा ते पठियां बाड़ियां दा ट्रक ते ਜ਼ਿਮੀਂਦਾਰੇ ਦਾ। ਤੇ ਕੀ ਹੋਇਆ ਸੀ ਉਸ ਦਿਨ ਜਿਸ ਦਿਨ ਤਕੀ ਅਬਾਸ ਨੂੰ ਨਾਲ ਉਹਦੇ ਚਾਚੂ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਜੇ? ਚਾਚਾ ਵੀ ਨਾਲ ਆ ਮਾਮੂ ਵੀ ਨਾਲ ਆ ਤਕੀ ਅब्बास ਵੀ ਨਾਲ ਆ। ਜੁੰਬਰੇ ਗਏ ਨੇ ਮੰਡੀ ਅੱਛਾ ਉੱਥੇ ਮਾਲ ਆਨੇ ਉਹ ਵੇਚਿਆ ਨੇ ਇਹ ਮੁੰਡੇ ਮਗਰ ਉਹਨਾਂ ਦੇ ਲੱਗੇ ਰਹੇ ਨੇ ਕੌਣ ਮੁੰਡੇ ਮਗਰ ਲੱਗੇ ਸੀ? ਜਿਹੜੇ ਕਤਲ ਕੀਤੇ ਨੇ। ਇਹ ਕੌਣ ਹੈਗੇ ਨੇ? ਇੱਕ ਅਸਲਮ ਅੱਛਾ ਇੱਕ ਖਾਵਰ ਅੱਛਾ ਇੱਕ ਅਲੀ ਐਦਰ। ਇਹ ਤੁਹਾਡੇ ਰਿਸ਼ਤੇਦਾਰ ਨੇ? ਹਾਂਜੀ ਤੇ ਫਿਰ ਤੁਹਾਡੇ ਰਿਸ਼ਤੇਦਾਰਾਂ ਨੇ ਕਿਉਂ ਤੁਹਾਡੇ ਪੁੱਤਰ ਨੂੰ ਮਾਰਿਆ, ਕਿਉਂ ਤੁਹਾਡੇ ਦੇਵਰ ਨੂੰ ਮਾਰ ਦਿੱਤਾ? ਮਕਸੂਦ ਪਿੱਛੇ ਪਿੱਛੇ ਰਹੇ ਨੇ ਉਹਨਾਂ ਦੇ ਨਾਲ ਉੱਤੇ ਆ ਕੇ ਮੁੜ ਉਹਨਾਂ ਕਰੇਸ਼ਨ ਚਲਾਈ। ਕੀ ਵਜ੍ਹਾ ਸੀ? ਕੋਈ ਲੜਾਈ ਝਗੜਾ ਹੋਇਆ ਸੀ? ਕੋਈ ਲੜਾਈ ਝਗੜਾ ਨਹੀਂ ਬਸ ਐਵੇਂ ਵੇਖ ਕੇ ਹੀ ਤਕੀ ਅब्बास ਨੂੰ ਇਕੱਲੇ ਨੂੰ ਬਈ ਇੱਕੋ ਇੱਕ ਇਹਦੀ ਨਸਲ ਖਤਮ ਕਰਨੀ। ਤੇ ਉਹਨਾਂ ਨੇ ਕਰ ਦਿੱਤੀ ਨਸਲ? ਉਹਨਾਂ ਨਸਲ ਖਤਮ ਕਰ ਦਿੱਤੀ ਹੈ ਜੀ। ਉਹਦੀ ਨਸਲ ਖਤਮ ਹੋਣ ਦੀ ਵਜ੍ਹਾ ਨਾਲ ਮਰੀਮ ਨਮਾਜ਼ ਦੀ ਇਮਦਾਦ ਲੈਣੀ ਹੈ। ਇਮਦਾਦ ਕਰੇ ਮੇਰੇ ਬੱਚੇ ਦਾ ਜਿਹੜਾ ਇੱਕ ਚੀਚੀ ਦਾ ਲੂਮ ਹੈ ਨਾ ਉਹਨਾਂ ਦੀ ਸਾਰੀ ਨਸਲ ਖਤਮ ਹੋ ਜਾਵੇ ਉਹ ਇੱਕ ਲੂ ਨਹੀਂ ਹੁੰਦਾ ਪੂਰਾ ਹੋਣਾ ਸਾਰੀ ਨਸਲ। ਪੁਲਿਸ ਨੇ ਤੁਹਾਡੇ ਬੱਚੇ ਦੇ, ਤੁਹਾਡੇ ਭਰਾ ਦੇ, ਤੁਹਾਡੇ ਦੇਵਰ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ? ਜੀ ਉਹਨਾਂ ਕੀਤਾ ਤੇ ਪਰ ਸਾਡੇ ਐਵੇਂ ਕਰਦੇ ਐ ਤੇ ਅਸੀਂ ਫਦੈਨੇ ਆ ਉਹ ਛਡਾ ਦਿੰਦੇ। ਕੀ ਵਜ੍ਹਾ ਪੁਲਿਸ ਕਿਉਂ ਛੱਡ ਦਿੰਦੀ ਹੈ? ਕੋਈ ਪਤਾ ਨਹੀਂ ਪੈਸੇ ਲੈ ਲੈਂਦੇ ਨੇ ਜਾਂ ਉਹਨਾਂ ਦੇ ਢੇਰ ਐ ਆਖਣ ਵਾਲੇ ਉੱਚਿਆਂ ਲੋਕਾਂ ਨਾਲ ਉਹਨਾਂ ਦੀ ਆਏ। ਤੇ ਤੁਸੀਂ ਪੁਲਿਸ ਦੇ ਵੱਡੇ ਅਫਸਰਾਂ ਦੇ ਸਾਹਮਣੇ ਪੇਸ਼ ਨਹੀਂ ਹੋਏ? ਉਹਨਾਂ ਨੂੰ ਕਿਹਾ ਨਹੀਂ ਕਿ ਇਹ ਤੇ ਜ਼ੁਲਮ ਕੀਤਾ ਇਹਨਾਂ ਨੇ ਤੇ ਤੁਸੀਂ ਇਹਨਾਂ ਨੂੰ ਛੱਡ ਦਿੰਦੇ ਹੋ? ਅਸੀਂ ਵੱਡਾ ਪੇਸ਼ ਹੋਇਆ ਵੱਡਾ ਮੈਂ ਰੋ ਕੇ ਗਈ ਆ। ਮੇਰੀ ਕੋਈ ਨਹੀਂ ਉਹਨਾਂ ਮੰਨੀ ਕੋਈ ਨਹੀਂ ਕੋਈ ਨਹੀਂ ਸੁਣਾਈ ਹੁੰਦੀ ਪਈ? ਕੋਈ ਨਹੀਂ ਉਹਨਾਂ ਮੇਰੀ ਮਦਦ ਕੀਤੀ। ਕੀ ਕਹਿੰਦੇ ਨੇ ਪੁਲਿਸ ਵਾਲੇ ਤੁਹਾਨੂੰ? ਆਂਦੇ ਨਾ ਵੇਖਾਂ ਅਸੀਂ ਇਸਤਾਰੀ ਨੂੰ ਫੜ ਰਹੇ ਹਾਂ। ਅਸੀਂ ਇਸਤਾਰੀ ਨੂੰ ਫੜ ਰਹੇ ਹਾਂ। ਅੱਛਾ ਇਤਨੇ ਇਸਤਾਰੀ ਬੰਦੇ ਮੈਂ ਵੇਖੇ ਨਾ ਮਰਿੰਦੇ ਮਾਰੇ ਨੇ ਇਹ ਇਸਤਾਰੀ ਫੜਿਆ ਹੀ ਨਹੀਂ ਨੇ ਰਜ਼ਾਕ ਵੀ। ਅੱਛਾ ਜਿਹੜਾ ਸੁਲਤਾਨ ਤਿਆਰੀ ਅਜੇ ਵੀ ਫਿਰਦੇ ਨਾ ਇਸੇ ਤਰ੍ਹਾਂ ਹੀ? ਇਸੇ ਤਰ੍ਹਾਂ ਫਿਰਦਾ ਧਮਕੀਆਂ ਦਿੰਦਾ ਆਂਦਾ ਜਿਹੜੇ ਪਿਛਲੇ ਆਏ ਨੇ ਉਹਨਾਂ ਨੂੰ ਵੀ ਮਾਰਨਾ। ਅੱਛਾ ਧਮਕੀਆਂ ਦਿੰਦਾ ਹੈਗਾ ਜੀ? ਹਾਂਜੀ ਧਮਕੀਆਂ ਕੌਣ ਇਸ਼ਤਿਹਾਰੀ ਧਮਕੀਆਂ ਦਿੰਦਾ ਹੈਗਾ? ਰਜ਼ਾਕ। ਤੇ ਇਹਨੂੰ ਪੁਲਿਸ ਕਿਉਂ ਨਹੀਂ ਗ੍ਰਿਫਤਾਰ ਕਰਦੀ ਵੀ? ਉਹਨੂੰ ਨਹੀਂ ਕਰਦੀ ਪਈ ਅਫਤਵਾ ਕੋਈ ਕਰੇਗੀ ਕਿ ਤੁਹਾਡੇ ਬਾਕੀ ਹੋਰ ਵੀ ਜੀ ਮਾਰ ਦੇਗਾ? ਹਾਂਜੀ ਆਂਦੇ ਨੇ ਤਿੰਨ ਤਾਂ ਐ ਨਹੀਂ ਨਾ ਉਹ ਤਿੰਨ ਹੋਰ ਮਾਰ ਕੇ ਤੇ ਤਾਂ ਮੈਂ ਪੇਸ਼ ਹੋਣਾ। ਅੱਛਾ ਹਾਂਜੀ ਤੇ ਤੁਹਾਡਾ ਜਿਹੜਾ ਤੱਕੀ ਬੇਟਾ ਸੀ ਇਹ ਸ਼ਾਦੀशुदा ਸੀ? ਨਹੀਂ ਕੁਆਰਾ ਬੱਚਾ ਚਿੱਟਿਆਂ ਹੱਥਾਂ ਨਾਲ ਹੀ ਗਾਨੇ ਸਿਰੇ ਬੰਨ ਕੇ ਕਬਰ ਗੁਸਤਾਨ ਗਿਆ। ਉਹਦੇ ਸਿਰੇ ਸਜਾਨ ਦੇ ਤੁਸੀਂ ਖਾਬ ਦੇਖਿਆ ਸੀ ਕਿ ਮੈਂ ਆਪਣੇ ਪੁੱਤਰ ਨੂੰ ਦੂਲਾ ਬਣਾਵਾਂਗੀ? ਹਾਂਜੀ ਦੂਲਾ ਬਣਾਉਣਾ ਹੁੰਦਾ ਹੀ ਸੁਣ ਚਾਹਨੇ ਸ਼ਾਦੀ ਆਈ ਦਿਨ ਰੱਖੇ ਹੋਇਆ। ਅੱਛਾ ਦਿਨ ਰੱਖੇ ਸੀ ਸ਼ਾਦੀ ਦੇ? ਸ਼ਾਦੀ ਦੇ ਦਿਨ ਰੱਖੇ ਹੋਇਆ। ਕਬਰ ਦੇ ਚ ਤੋੜ ਦਿੱਤਾ ਦੂਲਾ ਬਣਾ ਕੇ? ਨਾ ਮਾਮੂ ਜੀ ਦੀ ਬੇਟੀ ਲਈ ਹੋਈ ਆਸ
ਉਹਨਾਂ ਦੂਲਾ ਬਣਾਉਣ ਤੋਂ ਅਗਦੂ ਹੀ ਖਤਮ ਕਰ ਦਿਆ ਅਗਦੂ ਹੀ ਮਰੀਮ ਨਵਾਜ਼ ਤੁਹਾਨੂੰ ਮਾਂ ਜੀ ਸੁਣਦੀ ਪਈ ਹੈ, ਉਹ ਵੀ ਔਰਤ ਹੈਗੀ ਹੈ, ਉਹਦੇ ਵੀ ਬੱਚੇ ਨੇ, ਉਹਨੂੰ ਕੀ ਕਹੋਗੇ ਕਿ ਮੇਰਾ ਜਵਾਨ ਪੁੱਤਰ ਜਿਹਦੀ ਮੈਂ ਸ਼ਾਦੀ ਦੀਆਂ ਤਿਆਰੀਆਂ ਕਰਦੀ ਪਈ ਸਾਂ, ਉਹਨੂੰ ਮੈਂ ਦੂਲਾ ਬਣਾ ਕੇ ਕਬਰ ਦੇ ਚ ਉਤਾਰ ਦਿੱਤਾ ਹੈ, ਤੇ ਮੇਰੇ ਪੁੱਤਰ ਦੇ ਕਾਤਲ ਮੈਨੂੰ ਅਜੇ ਵੀ ਧਮਕੀਆਂ ਦਿੰਦੇ ਪਏ ਨੇ। ਜਿਵੇਂ ਧਮਕੀਆਂ ਦੇ ਰਹੇ ਨੇ, ਜਿਵੇਂ ਆਂਦੇ ਪਏ ਨੇ ਤੱਕ ਬਾਸ ਦਾਬੂ ਹੈ ਉਹਨੂੰ ਵੀ ਮਾਰਨਾ, ਇੱਕ ਮੇਰਾ ਬਾਈ ਹੈ ਉਹਨੂੰ ਵੀ ਮਾਰਨਾ, ਇੱਕ ਮੇਰਾ ਬਤਰੀਆ ਹੈ ਉਹਨੂੰ ਵੀ ਮਾਰਨਾ ਹੈ, 3 ਹੋਰ ਮਾਰਨੇ ਨੇ ਤਾਂ ਮੈਂ ਪੇਸ਼ ਹੋਣਾ। ਮਾਂ ਜੀ ਕੋਈ ਤੁਹਾਡੀ ਦੁਸ਼ਮਣੀ ਸੀ ਉਹਨਾਂ ਦੇ ਨਾਲ? ਦੁਸ਼ਮਣੀ ਚਲੀ ਆਉਂਦੀ ਹੈ ਮੁੜ ਅੱਗੇ ਥੋੜੀ ਬਹੁਤੀ, ਸਾਡੀ ਦੁਸ਼ਮਣੀ ਕੋਈ ਨਾ ਅਜੇ ਤੱਕ ਬਾਸ ਦੀ ਮੇਰੀ। ਤੁਸੀਂ ਵੀ ਕੋਈ ਉਹਨਾਂ ਦੇ ਕੋਈ ਬੰਦੇ ਮਾਰੇ ਸੀ? ਅਸਾਂ ਕੋਈ ਨਹੀਂ ਬੰਦੇ ਮਾਰੇ। ਤੁਸੀਂ ਕੋਈ ਨਹੀਂ ਮਾਰੇ ਤੇ ਉਹਨਾਂ ਨੇ ਤੁਹਾਡੇ 3 ਬੰਦੇ ਮਾਰ ਦਿੱਤੇ ਜੀ। ਬੇਕਸੂਰ ਬੇਜੁਰਮੇ ਅਸੀਂ, ਕੋਈ ਸਾਡਾ ਗੁਨਾਹ ਨਹੀਂ, ਕੋਈ ਸਾਡਾ ਨਹੀਂ ਲੈਣਾ ਦੇਣਾ, ਸਾਡਾ ਬੇਗੁਨਾਹ ਦੋਵੇਂ ਚਾਚਾ ਬਤਰੀਆ ਮਾਰ ਦਿੱਤੇ ਨੇ, घर पूरा मुका दिता ने। नाज़रीन, आपने किस तरह से इस मेरी माँ की गुफ्तगू सुनी है कि मैं अपने बेटे की शादी की तैयारियां कर रही थी और दूल्हा बनाकर सेहरे गाने बांधकर अपने उस बेटे को मैंने कब्र में उतार दिया। ये ख़ातून, ये बूढ़ी माँ जिसका एक वाहद सहारा था, इन ज़ालिमों ने उस सहारे को भी छीन लिया। उसका जुर्म क्या था? सिर्फ ये शायद या तो पुलिस बता सकती है या फिर ये कातिल जो दन दनाते फिरते हैं और इनको धमकियां लगाते हैं कि हमने आपके बाकी अफराद को भी मार देना है। और हमारी पुलिस, बिलखसूस फैसलाबाद की पुलिस और हमारे IG पंजाब डॉक्टर उस्मान अनवर साहब बड़े बड़े पुलिस अफसरान को अपने पास इर्द गिर्द बिठा कर खड़े करके टिकटॉक ज़रूर बनाते हैं। और मैं तो समझूंगा कि इस वक्त पंजाब पुलिस एक टिकटॉकरों का डिपार्टमेंट बन चुका है। सुहेल ज़फ़र चट्ठा साहब, आपकी तरफ अब हर मज़लूम देखता है कि हमें इस पंजाब पुलिस से इंसाफ की कोई तवक्को नहीं है। ये वाहद डिपार्टमेंट और ये वाहद अथॉरिटी है जो इन मज़लूमों को इंसाफ फराहम कर सकती है। तकी अब्बास की नानी भी हमारे साथ मौजूद है, वो क्या कहती हैं उनसे भी बात करते हैं। माँ जी, ਤੁਹਾਡਾ ਕੱਲਾ ਕੱਲਾ ਨਵਾਸਾ ਮਾਰ ਦਿੱਤਾ, ਤੁਹਾਡਾ ਪੁੱਤਰ ਮਾਰ ਦਿੱਤਾ, ਤੁਹਾਡਾ ਇੱਕ ਹੋਰ ਭਾਂਜਾ ਭਤੀਜਾ ਉਹ ਮਾਰ ਦਿੱਤਾ, ਪੁਲਿਸ ਅਜੇ ਵੀ ਇਹਨਾਂ ਕਾਤਲਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਦੀ ਪਈ? ਪਤਾ ਨਹੀਂ ਕਿਉਂ ਨਹੀਂ ਕਰਦੀ ਪਈ। ਇੱਕ ਮੇਰਾ ਪੁੱਤਰ ਛੋਟਾ 7ਵਾਂ ਮੁਹੰਮਦ ਖਾਨ, ਨਿੱਕੇ ਨਿੱਕੇ 2 ਬੇਟੇ, 1 ਬੇਟੀ, ਉਹਨਾਂ ਕਤਲ ਕਰ ਦਿੱਤਾ, ਬਰਸ਼ਟ ਪੂਰੇ ਉੱਤੇ ਮੁਕਾ ਦਿੱਤੇ। ਇੱਕ ਮੇਰਾ ਦੋਤਰਾ ਕੁਆਰਾ ਚਿੱਟਿਆਂ ਹੱਥਾਂ ਵਾਲਾ, ਉਹਦੇ ਅਸਾਂ ਮੋਇਓ ਦੇ ਸਗਨ ਕੀਤੇ, ਉਹਦੀ ਅਸਾਂ ਗੜੋਲੀ ਭਰੀ, ਮੇਰੀ ਧੀ ਦਾ ਇੱਕੋ ਦਾ ਇੱਕ ਪੁੱਤਰ, ਸਾਡੇ ਨਾਨਕੇ ਵਾਲੀ ਉਹਦੀ ਮੰਗਣੀ ਹੋਈ ਹੈ, ਉਹਨੂੰ ਉਹਨਾਂ ਮਾਰ ਦਿੱਤਾ। ਅਸਾਂ ਉਹਦੀ ਗੜੋਲੀ ਭਰੀ ਬੇਸਗਨੇ ਦੀ ਕੂੜੀ, ਅਸਾਂ ਉਹਨੂੰ ਸਿਹਰੇ ਬੱਧੇ, ਉਹਨੂੰ ਗਾਨੇ ਪਾਏ, ਉਹਨੂੰ ਕਬਰ ਗੁਸਤਾਨ ਦੇ ਵਿੱਚ ਜਾ ਕੇ ਉਹਨੂੰ ਅਸਾਂ ਪਾ ਦਿੱਤਾ। ਸਿਹਰਾ ਅਜੇ ਉੱਤੇ ਪਿਆ ਕਬਰ ਦੇ, ਅਜੇ ਉਹਦੀ ਕਬਰ ਦੇ ਉੱਤੇ ਨਾ ਹਾਰ ਅਸਾਂ ਧਰਿਆ ਹੋਇਆ। ਦੁਨੀਆ ਵੇਖ ਵੇਖ ਕੇ ਫਿਰ ਰੋਂਦੀ ਹੈ, ਤਕੀ ਹਾਏ 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 ਦੁਨੀਆ ਫਿਰ ਕਰਦੀ ਵੀ, ਤਕੀ ਨਾਲ ਐਡਾ ਜ਼ੁਲਮ ਹੋਇਆ, ਤਕੀ ਨੂੰ ਇੰਝ ਮਾਰ ਦਿੱਤਾ ਨੇ ਚਿੱਟਿਆਂ ਹੱਥਾਂ ਵਾਲੇ ਕੁਆਰੇ ਨੂੰ। ਮੇਰੀ ਧੀ ਦਾ ਇੱਕੋ ਦਾ ਇੱਕ ਪੁੱਤਰ ਘਰ ਉਜਾੜ ਦਿੱਤਾ। ਉਹ ਬੇਕਸੂਰ ਹੈ, ਉਹ ਬੇਗੁਨਾਹ, ਉਹਨਾਂ ਦਾ ਕੋਈ ਜਿਹੜਾ ਨਾ ਕੋਈ ਵਾਸਤਾ ਨਾ। ਸਾਡੀ ਅਰਜ਼ੋਲਾ ਵਾਸਤੇ ਵਾਲੀ ਮਰੀਮ ਨਮਾਜ਼ ਸੁਣੇ, ਸਾਡੇ ਨਾਲ ਇਨਸਾਫ ਕਰੇ, ਸਾਨੂੰ ਹੱਕ ਦੇਵੇ, ਸਾਡੇ ਨਾਲ ਅੱਲਾ ਵਾਸਤੇ ਵਾਲਾ ਸਾਡਾ ਸਵਾਲ ਹੈ। ਸਾਡੀ ਪੁਲਿਸ ਕਾਹੀ ਨਹੀਂ ਸੁਣਦੀ ਪਈ, ਸਾਡੀ ਕਾਹੀ ਅਰਜ਼ੋਈ ਨਹੀਂ ਸੁਣਦੇ। ਅਸੀਂ ਕਰ ਕਰਕੇ ਹੁੰਦੇ ਆ, ਸਿਆਰਾਂ ਨੇ ਮਗਰੂ ਨਾਂਦੇ ਬਣ ਜਾਂਦੇ। ਜਿਹੜੇ ਮਾਂ ਜੀ ਕਾਤਲ ਨੇ ਜਿਨ੍ਹਾਂ ਨੇ ਤੁਹਾਡੇ ਨਵਾਸੇ ਨੂੰ, ਤੁਹਾਡੇ ਪੁੱਤਰ ਨੂੰ, ਤੁਹਾਡੇ ਭਣੇਵੇਂ ਨੂੰ ਕਤਲ ਕੀਤਾ, ਇਹ ਐਡੇ ਤਾਕਤਵਰ ਹੈਗੇ ਨੇ ਕਿ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਹੀ ਨਹੀਂ ਕਰਦੀ? ਨਹੀਂ ਕਰਦੀ ਪਈ। ਅਜੇ ਉਹ ਆਂਦੇ ਨਾ ਸਾ ਪਿਛਲੇ 3 ਮਾਰਨੇ ਨੇ, ਇੱਕ ਮੇਰਾ ਪੁੱਤਰ, ਇੱਕ ਮੇਰਾ ਪੋਤਰਾ, ਇੱਕ ਵੀ ਮੇਰਾ, ਇਹ 3 ਪਿਛਲੇ ਮਾਰ ਕੇ ਉਹ ਰਜ਼ਾਕ ਆਂਦਾ ਮੈਂ ਤਾਂ ਪੇਸ਼ ਹੋਣਾ। ਉਹ ਲੱਭਦਾ ਉਹ ਇਸਤਾਰੀ, ਉਹਨਾਂ ਨੂੰ ਢੂੰਢਣ, ਹਾਕਮਾਂ ਨਹੀਂ ਢੂੰਢਣਾ, ਉਹ ਹਾਕਮ ਨਹੀਂ ਢੂੰਢ ਰਹੇ, ਸਾਡੇ ਨਾਲ ਇਨਸਾਫ ਨਹੀਂ ਕਰ ਰਹੇ। ਮਰੀਮ ਨਵਾਜ਼ ਨੇ ਇੱਕ ਨਵਾਂ ਮਹਿਕਮਾ ਵੀ ਬਣਾਇਆ ਹੈ ਜਿਹੜੇ ਇਹੋ ਜਿਹੇ ਕਾਤਲਾਂ ਨੂੰ ਲੱਭ ਕੇ ਮਾਰਦਾ ਹੈ, ਤੇ ਤੁਹਾਡੇ ਬੱਚਿਆਂ ਦੇ ਕਾਤਲਾਂ ਨੂੰ ਕਿਉਂ ਨਹੀਂ ਫੜਦਾ ਪਿਆ? ਘਰੇ ਮਰੀਮ ਨਮਾਜ਼ ਬਣਾਇਆ ਨਹੀਂ ਨਵਾਂ ਮਹਿਕਮਾ, ਤੇ ਬੰਦੇ ਲੋਕੀ ਇਸਤਾਰੀ ਮਰਾਂਦੀ ਨਹੀਂ ਪਈ, ਸਾਡੇ ਵੀ ਮਰਾਵੇ। ਸਾਡੇ ਨਾਲ ਵੀ ਇਨਸਾਫ ਸਾਨੂੰ ਚਾਹੀਦਾ, ਸਾਡੇ ਨਾਲ ਇਨਸਾਫ ਕਰੇ। ਮੈਂ ਬੋਲਦੀ ਵੀ ਪਈ ਹਾਂ ਤੇ ਮੇਰਾ ਪਿੰਡਾ ਕੰਬਦਾ ਪਿਆ, ਮੈਥੋਂ ਗੱਲ ਵੀ ਨਹੀਂ ਤੁਹਾਡੇ ਨਾਲ ਹੁੰਦੀ ਪਈ। ਸਾਡੇ ਨਾਲ ਐਡਾ ਜ਼ੁਲਮ ਹੋਇਆ, ਸਾਡੇ ਨਾਲ ਇਨਸਾਫ ਕਰੇ। ਅੱਲਾ ਵਾਸਤੇ ਵਾਲੀ ਸਾਡੀ ਅਪੀਲ ਸੁਣੇ, ਮਰੀਮ ਨਮਾਜ਼ ਨੂੰ ਆਖੋ ਸਾਡੇ ਨਾਲ ਇਨਸਾਫ ਕਰੇ। ਕਿੰਨੀਆਂ ਕੁ ਗੋਲੀਆਂ ਮਾਰੀਆਂ ਸੀ ਤੁਹਾਡੇ ਬੱਚਿਆਂ ਨੂੰ? ਉੱਤੇ ਬਰਾਸ਼ਤੀ ਮੁਕਾ ਛੱਡਿਆ ਨੇ, 30 ਗੋਲੀਆਂ ਮੇਰੇ ਮੁਹੰਮਦ ਖਾਨ ਨੂੰ, ਸਭ ਨੂੰ 30 ਮਾਰ ਕੇ ਤੇ ਮੁਕਾ ਕੇ। ਤੇ ਸਾਡੇ ਨਾਲ ਅੱਲਾ ਵਾਸਤੇ ਵਾਲਾ ਕੋਈ ਪੁਲਿਸ ਨਹੀਂ ਫਿਕਰਦੀ,
ਕੋਈ ਇਨਸਾਫ ਨਹੀਂ ਫਿਕਰ ਸਾਡੇ ਨਾਲ ਮਰੀਆਂ ਨਿਮਾਜ਼ ਰਲ ਮਿਲ ਗਈਆਂ ਨੇ ਪੁਲਿਸਾਂ ਪਤਾ ਨਹੀਂ ਕੀ ਰਿਸ਼ਵਤ ਲਈ ਨੇ ਜਾਂ ਉਹਨਾਂ ਦਾ ਉੱਚੇ ਬੰਦੇ ਉਹ ਮਿਲੈਂਦੇ ਨੇ ਜਾਂ ਜੀ ਗੱਲਾਂ ਪੁਲਿਸ ਵਾਲੇ ਸੁਣਦੇ ਪਏ ਨੇ, ਉਹਨਾਂ ਨੂੰ ਪੁੱਛੋ ਕਿ ਕੀ ਵਜ੍ਹਾ ਹੈ, ਤੁਸੀਂ ਕਿਉਂ ਨਹੀਂ ਸਾਡੇ ਬੱਚਿਆਂ ਦੇ ਕਾਤਲਾਂ ਨੂੰ ਫੜਦੇ? ਕੀ ਵਜ੍ਹਾ ਸਾਡੇ ਨਾਲ, ਕੀ ਵਜ੍ਹਾ, ਕਿਉਂ ਸਾਡੇ ਨਾਲ ਇੰਜ ਕਰ ਰਹੇ ਹੋ, ਜ਼ੁਲਮ ਕਿਉਂ ਕਰ ਰਹੇ ਹੋ? ਸਾਡੇ ਬੱਚੇ ਜੀ ਉਹਨਾਂ ਨਿਲਾਮ ਕੀਤੇ ਨੇ, ਬੇਦਰਦੀ ਨਾਲ ਕੁੱਟੇ ਨੇ। ਤੁਸੀਂ ਇਨਸਾਫ ਕਰੋ ਨਾ, ਹੱਥ ਪੁੱਛੋ ਉਹਨਾਂ ਦੇ ਨਾਲ ਕੀ ਤੁਹਾਡਾ ਤਲੋਕ ਹੈ, ਉਹਨਾਂ ਦੇ ਨਾਲ ਤਲੋਕ ਹੈ, ਸਾਡੇ ਗਰੀਬਾਂ ਨਾਲ ਨਹੀਂ, ਸਾਡੇ ਨਾਲ ਵੀ ਤਾਮੁਨ ਕਰੋ। ਬੱਚਿਆਂ ਨੇ ਮਾਂ ਜੀ ਕੀ ਵਿਗਾੜਿਆ ਸੀ ਇਹਨਾਂ ਜ਼ਾਲਮਾਂ ਦਾ? ਨਹੀਂ ਵਿਗਾੜਿਆ ਸਾਡੇ ਬੱਚਿਆਂ, ਕੁਝ ਨਹੀਂ ਵਿਗਾੜਿਆ। ਸਾਡੇ ਬੱਚੇ ਬੇਕਸੂਰੇ, ਬੇਗੁਨਾਹ, ਬੇਦੋਸ਼, ਸਾਡੇ ਸ਼ਰੀਫ, ਸਾਡੇ ਨਾ ਚੋਰ ਨਾ ਜ਼ਾਰ ਨਾ ਮਾੜੇ ਨਾ ਕੁਛ ਵੀ। ਸਾਡੇ ਬੱਚੇ ਨਾ ਅਸੀਲ, ਸਾਡੇ ਮੁਹੰਮਦ ਖਾਨ ਦੀ ਪਤਾ ਨਹੀਂ ਕਿੰਨੀ ਸਿਫਾਰਿਸ਼ ਸੀ ਵੀ ਮੁਹੰਮਦ ਖਾਨ ਕਿੰਨਾ ਅੱਛਾ ਬੱਚਾ ਸੀ। ਹਾਂਜੀ, ਤੇ ਸਾਡੇ ਨਾਲ ਇਨਸਾਫ ਕਰਾਇਓ। ਸਾਡਾ ਅੱਲਾ ਵਾਸਤੇ ਦੀ ਅਪੀਲ ਸਵਾਲ ਮਨਜ਼ੂਰ ਮਰੀਮ ਨਿਮਾਜ਼ ਕਰੇ ਤੇ ਆਪਣਾ ਬਣਾਇਆ ਹੋਇਆ ਉਸ ਮਹਿਕਮੇ ਨੂੰ ਆਖੇ ਇਸਤਾਰੀਆਂ ਨੂੰ ਫੜੇ ਨੇ ਤੇ ਫੜ ਕੇ ਜਿਹੜੇ ਫੜੇ ਹੋਏ ਨੂੰ ਉਹਨਾਂ ਨੂੰ ਕੋਠੀ ਲਾਵੇ, ਉਹਨਾਂ ਨੂੰ ਸਜ਼ਾ ਦੇਵੇ, ਉਹਨਾਂ ਨੂੰ ਮਾਰੇ। ਉਹਨਾਂ ਨੂੰ ਕਿਉਂ ਛੱਡਦੇ ਨੇ, ਕਿਉਂ ਬੇਗੁਨਾਹ ਕਰਦੇ ਨੇ? ਮਾਂ ਜੀ ਇਸ ਨਵੇਂ ਮਹਿਕਮੇ ਦਾ ਜਿਹੜਾ ਵੱਡਾ ਅਫਸਰ ਹੈ ਸੁਹੇਲ ਜ਼ਫਰ ਚੱਠਾ ਸਾਹਿਬ, ਉਹ ਲੋਕਾਂ ਦੀ ਬੜੀ ਮਦਦ ਕਰਦੇ ਨੇ। ਉਹਨਾਂ ਨੂੰ ਤੁਸੀਂ ਪੈਗਾਮ ਦੇਵੋ ਕਿ ਮੇਰੇ ਪੁੱਤਰਾਂ ਦੇ ਕਾਤਲਾਂ ਨੂੰ ਸਿਰਫ ਤੁਹਾਨੂੰ ਤੇਰੇ ਕੋਲੋਂ ਉਮੀਦ ਹੈਗੀ ਹੈ ਜਾਂ ਰੱਬ ਕੋਲੋਂ ਉਮੀਦ ਹੈਗੀ ਹੈ, ਇਹਨਾਂ ਨੂੰ ਫੌਰੀ ਗ੍ਰਿਫਤਾਰ ਕਰ ਲੈ, ਨਹੀਂ ਤੇ ਸਾਡੇ ਬੱਚਿਆਂ ਨੂੰ ਮਾਰ ਦੇਣਗੇ। ਸੁਹੇਲ ਸਾਹਿਬ ਜੀ, ਚੱਠਾ ਸਾਹਿਬ ਜੀ, ਸਾਡੀ ਕਾਰ ਇਮਦਾਦ ਜੀ, ਤੂੰ ਮਰਿੰਦਾ ਪਿਆ, ਮਾਰ ਇਸਤਾਰੀਆਂ ਨੂੰ, ਸਾਡੇ ਬੱਚਿਆਂ ਦੀ ਇਮਦਾਦ ਕਰ। ਸਾਡੀ ਮੇਰੀ ਬੁੱਢੀ ਮਾਂ ਦੀ ਮੇਰਾ ਪਿੰਡਾ ਪਿਆ ਕੰਮਦਾ, ਮੈਥੋਂ ਬੱਚਿਆਂ ਅੱਗੇ ਗੱਲ ਵੀ ਨਹੀਂ ਪਈ ਹੁੰਦੀ। ਸਾਡੇ ਨਾਲ ਕਰ ਇਨਸਾਫ। ਮੇਰੀ ਧੀ ਦਾ ਇੱਕੋ ਬੱਚਾ ਮਾਰ ਦਿੱਤਾ ਨੇ, ਮੇਰੇ ਭਰਾ ਦਾ ਇੱਕੋ ਬੱਚਾ, ਮੇਰਾ ਜਵਾਈ, ਉਸ ਤੇ ਇੱਕਾ ਛੋਟੀ ਜਿਹੀ ਬੱਚੀ। ਮੇਰੀਆਂ ਬੇਵਾ ਰੰਡੀਆਂ ਦੀਆਂ ਹੋ ਗਈਆਂ, ਉਹ ਕਿਵੇਂ ਇਸ ਜ਼ਮਾਨੇ 'ਚ ਨਿਭਾਈਆਂ? ਕਿਵੇਂ ਆਪਣੇ ਪੁੱਤਰ ਦੀ ਕੋਈ ਆਖਰੀ ਗੱਲ ਕੋ ਮਾਂ ਦੇ ਨਾਲ ਕਰਕੇ ਗਿਆ ਹੋਏ, ਕੀ ਸੀ ਉਹ, ਕੋਈ ਯਾਦ ਆਂਦੀ ਸੀ ਕੋਈ ਗੱਲ? ਮੈਨੂੰ ਕੋਈ ਗੱਲ ਕਰ ਨਹੀਂ ਗਿਆ, ਮਾਮੇ ਨਾਲ ਚਲਾ ਗਿਆ, ਚਾਚੂ ਨਾਲ, ਉਦੋਂ ਆ ਗਿਆ, ਦੂਈ ਵਾਰੀ ਮੁੜ ਵਗ ਗਿਆ ਤੇ ਆਖਿਆ ਜੀ ਅੰਮੀ ਕੋਈ ਨਹੀਂ, ਅੰਮੀ ਕਿਦੇ? ਆਖੇ ਅੰਮੀ ਜੁਮਰੇ। ਆਖੇ ਮੈਂ ਮੁੜ ਚਲਾ ਜਾਣਾ, ਮੁੜ ਸੱਡਾ ਲੈ ਕੇ ਚਲਾ ਗਿਆ। ਉਹਦੇ ਮਗਰ ਲੱਗੀ ਹੋਈ ਆਈ ਸਮਾਣੀ ਵੇਖਣ ਵਾਲੀ ਔਰਾਤ ਵੀ, ਬਈ ਇਹ ਬੱਚਾ ਇਕੱਲਾ ਜਾ ਰਿਹਾ। ਇੱਥੇ ਕਬਾਰ ਤੇ ਆਇਆ ਮੁੰਡਾ ਜਿਹੜਾ ਮਾਰਿਆ ਅਲੀਏਦਾਰ, ਉਸ ਵੀ ਵੇਖਿਆ ਵੀ ਤਕੀ ਅਬਾਸ ਇਕੱਲਾ ਜਾ ਰਿਹਾ ਸ਼ਹਿਰ। तकी बात नाज़रीन, आपने मेरी इन दोनों माओं की सारी गुफ्तगू सुनी है और इनका सिर्फ छोटा सा मुतालबा है, और ये मज़लूम लोग कोई बड़ा मुतालबा आपसे नहीं करते, इनको सिर्फ इनके प्यारों के कत्ल का इंसाफ चाहिए। और वो कत्ल आपने इस माँ की आंखों से आंसू निकलते हुए देख ले होंगे। मुझे तो लगता है कि इस माँ की आंखों से आंसू खुश्क हो चुके हैं। उस बेटे की जिसकी तस्वीरें आपने देखी कि कितना खूबसूरत नौजवान बेटा और इकलौता बेटा, इस माँ की ज़िंदगी और इस माँ की दुनिया अब ख़त्म हो चुकी है। अब उन ज़ालिमों को चाहे मार दो, चाहे उनको छोड़ दो, लेकिन इस माँ को इसका बेटा अब वापस नहीं आएगा, जिसके लिए इसने ख्वाब सजाए थे कि मैं अब अपने बेटे की शादी करूँगी, और दूल्हा बनाकर कब्र में रुखसत कर दिया। मरियम नवाज़ साहिबा, बहुत बहुत दास्तानें आपके सामने रखी हैं। कब आपको होश के नाखन आप लेंगी, कब आप इस जुल्म और इस कत्लो गारत के इस काम को रोकेंगी? पुलिस अब इनके कातलों को गिरफ़्तार करने के बजाय उल्टा उनको पकड़ के छोड़ रही है कि ये तो हैं ही बेगुनाह, तो फिर कसूरवार कौन है? क्या तब पुलिस हरकत में आएगी जब बाकी और 2-3 अफराद को मार देगी, और फिर उसके बाद हमारे RPO, हमारे CPO साहब जो हैं वो इनके साथ दादरसी करने के लिए इनके घर में आएंगे, टिकटॉक बनाएंगे, और फिर उसके बाद कहानी ठप।